ਅੱਜ ਦੇ ਪ੍ਰੋਗਰਾਮ ਦੇ ਵਿੱਚ ਅਟਾਰਨੀ ਟਰਕੀਆਂ ਦੀ ਸ਼ੁਰੂਆਤ ਇਸੇ ਚੀਜ਼ ਨੂੰ ਲੈ ਕੇ ਕਰ ਲੈਂਦੇ ਹਾਂ। ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ H1B ਵੀਜ਼ਾ ਕਿਹਨੂੰ ਦਿਆ ਕਰਨਾ ਆ, ਉਸ ਦੇ ਵਿੱਚ ਜਿਹੜੀਆਂ ਤਬਦੀਲੀਆਂ ਲੈ ਆਂਦੀਆਂ। ਇੱਕ ਚੀਜ਼ ਤਾਂ ਆਪਾਂ ਦੇਖੀ ਆ ਵੀ H1B ਦੀਆਂ ਜਿਹੜੀਆਂ ਖਾਸ ਕਰਕੇ ਇੰਡੀਆ ਦੇ ਵਿੱਚ ਜਿਹੜੇ ਉੱਥੇ ਇੰਟਰਵਿਊਜ਼ ਵਗੈਰਾ ਲਈ ਗਏ ਸੀ ਉਹਨਾਂ ਦੀਆਂ ਕੈਂਸਲ ਹੋਈਆਂ, ਰੀਸਕੈਜੂਲ ਹੋਈਆਂ, ਕਈ ਮਹੀਨੇ ਬਾਅਦ ਉਹਨਾਂ ਦੀ ਮੁੜ ਦੁਬਾਰਾ ਵਾਰੀ ਆ ਰਹੀ ਹੈ। ਅਤੇ ਜਿਹੜੀ ਇੱਥੇ ਲੋਟਰੀ ਸਿਸਟਮ ਸੀ ਉਸ ਦਾ ਪੈਮਾਨਾ ਜਿਹੜਾ ਉਹ ਬਦਲਿਆ। ਸੋ ਕੀ ਤਬਦੀਲੀਆਂ ਆਈਆਂ ਆ ਅਟਾਰਨੀ ਟਰਕੀਆਣਾ ਜੀ H1B ਵਰਕਰ ਵੀਜ਼ੇ ਦੀ ਅਵਾਰਡ ਕਰਨ ਦੇ ਪ੍ਰੋਸੈਸ ਦੇ ਵਿੱਚ? ਸੋ ਪਹਿਲਾਂ ਰੈਂਡਮ ਲੋਟਰੀ ਸਿਲੈਕਸ਼ਨ ਪ੍ਰੋਸੈਸ ਹੁੰਦਾ ਹੈਗਾ, ਕੰਪਿਊਟਰ ਰਾਹੀਂ ਲੋਟਰੀ ਜਿਹੜੀ ਹੁੰਦੀ ਸੀਗੀ। 65,000 ਵੀਜ਼ੇ ਜਿਹੜੇ ਆ ਵਰਲਡ ਵਾਈਡ ਜਿਹੜੇ ਮਿਲਦੇ ਸੀਗੇ, ਤੇ 20,000 ਜਿਹੜੇ ਲੋਕਾਂ ਕੋਲ US ਦੀ ਡਿਗਰੀ ਹੈਗੀ, ਮਾਸਟਰਸ ਜਾਂ PhD ਵਗੈਰਾ। ਤੇ ਕੁੱਲ ਮਿਲਾ ਕੇ 85,000 ਜਿਹੜੇ ਵੀਜ਼ੇ ਹਰ ਸਾਲ ਹੁੰਦੇ ਸੀਗੇ। ਤੇ ਜਿੱਦਾਂ ਸਾਰਿਆਂ ਨੂੰ ਪਤਾ ਹੈ ਨਾ, ਲੋਕੀ ਜਿਹੜੀ ਡਿਮਾਂਡ ਜਿਹੜੀ ਜ਼ਿਆਦਾ ਤੇ ਸਪਲਾਈ ਘੱਟ ਆ, ਤੇ ਕੰਪਿਊਟਰ ਰਾਹੀਂ ਲੋਟਰੀ ਜਿਹੜੀ ਨਿਕਲਦੀ ਸੀਗੀ, ਤੇ ਲੋਕਾਂ ਦਾ ਕਈ ਸਾਲ ਲੱਗ ਜਾਂਦੇ ਸੀਗੇ ਨੰਬਰ ਆਉਂਦੇ ਹੋਏ, ਤੇ ਉਹਨਾਂ ਨੂੰ ਜਾਂ ਸਟੂਡੈਂਟ ਬਣਨਾ ਪੈਂਦਾ ਸੀਗਾ ਜਾਂ ਕਈ ਛੱਡ ਕੇ ਚਲੇ ਜਾਂਦੇ ਸੀਗੇ। ਤਾਂ ਕਾਫੀ ਸਟ੍ਰਿਕਟ ਜਿਹੜਾ ਪ੍ਰੋਸੈਸ ਆਲਰੇਡੀ ਜਿਹੜਾ ਸੀਗਾ। ਤੇ ਜ਼ਿਆਦਾਤਰ ਸਟ੍ਰਿਕਟ ਇਹ ਸੀਗਾ ਕਿ ਸਪੈਸ਼ਲੀ ਜਿੱਦਾਂ ਇੰਡੀਆ ਤੋਂ ਤੇ ਚਾਈਨਾ ਤੋਂ, ਇੰਡੀਆ ਤੋਂ ਸਪੈਸੀਫਿਕਲੀ ਕਾਫੀ ਬਾਡੀ ਸ਼ਾਪ ਜਿਹੜੀਆਂ ਸੀਗੀਆਂ, ਜਿਹੜੇ ਇੰਜੀਨੀਅਰਾਂ ਨੂੰ ਮਾਰਕੀਟ ਕਰਦੇ ਸੀਗੇ, ਉਹਨਾਂ ਦੇ ਨਕਲੀ ਜਿੱਦਾਂ ਰੈਜ਼ੂਮੇ ਜੇ ਬਣਾ ਕੇ ਝੂਠੇ ਉਹਨਾਂ ਨੂੰ ਵਰਕਫੋਰਸ ਦੇ ਵਿੱਚ ਜਿਹੜੇ ਫਿੱਟ ਕਰਦੇ ਸੀਗੇ, ਐਕਸਪੀਰੀਅੰਸ ਵਗੈਰਾ ਸ਼ੋਅ ਕਰਦੇ ਸੀਗੇ ਕਿ ਇਹਦੇ ਕੋਲ 5 ਸਾਲ ਦਾ 10 ਸਾਲ ਦਾ, ਜਦ ਕਿ ਹੁੰਦਾ ਨਹੀਂ ਸੀਗਾ। ਸੈਲਰੀ ਘੱਟ ਦਿੰਦੇ ਸੀਗੇ, ਤੇ ਇਮੀਗ੍ਰੈਂਟ ਨੂੰ ਵੀ ਫਾਇਦਾ ਉਹਦਾ ਚਲੋ ਸੀਗਾ, ਜਿਹੜੇ ਆ EMPLOYER ਜਿਹੜੇ ਆ ਕੰਮ ਕਰਦੇ ਸੀਗੇ ਉਹਨਾਂ ਨੂੰ ਵੀ ਸੀਗਾ। ਪਰ ਉਹ ਕਹਿੰਦੇ ਕਿ ਇਹ ਜਿਹੜੀ US ਦੀ ਵਰਕਫੋਰਸ ਆ ਉਹਨੂੰ ਖਰਾਬ ਜਿਹੜੀ ਕਰਦੀ ਆ। ਕਿਉਂਕਿ ਜਿਹੜਾ ਵੀਜ਼ਾ ਕਾਂਗਰਸ ਨੇ ਬਣਾਇਆ ਸੀਗਾ, ਉਹ ਕਹਿੰਦੇ ਕਿ ਜਦੋਂ US ਵਰਕਰ ਅਵੇਲੇਬਲ ਨਹੀਂ ਹੈਗਾ ਤੇ EMPLOYERਾਂ ਨੂੰ ਜਿਹੜੀ ਲੋੜ ਆ ਪੂਰੇ ਜਿਹੜੇ ਵਰਕਰ ਹੈਗੇ ਆ, ਤੇ ਫਿਰ H1B ਪ੍ਰੋਗਰਾਮ ਵਰਤਿਆ ਜਾਵੇ। ਪਰ ਜਿਹੜਾ ਸਿਸਟਮ ਸੀਗਾ ਮਿਡਲ ਮੈਨ ਵਾਲਾ, ਕੰਸਲਟਿੰਗ ਕੰਪਨੀਆਂ ਜਿਹੜੀਆਂ ਵੱਡੀਆਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਲੱਖਾਂ ਦੀ ਤਾਦਾਦ ਦੇ ਵਿੱਚ ਇੰਡੀਆ ਤੋਂ ਇੰਜੀਨੀਅਰ ਚੱਕ ਕੇ ਜਿਹੜੇ ਭੇਜ ਰਹੀਆਂ ਸੀਗੀਆਂ। ਲਿਟਰਲੀ ਬੇਸਿਕਲੀ ਇੱਕ ਸਿਸਟਮ ਜਿਹਾ ਬਣਾਇਆ ਹੋਇਆ ਸੀ ਉਹਨਾਂ ਨੇ ਕਿ ਇੰਡੀਆ ਜਿੱਦਾਂ ਜੌਬ ਕਰਦੇ ਹੁੰਦੇ ਸੀ ਲੋਕੀ, ਤੇ ਇਹਨਾਂ ਨੂੰ H1B ਲੋਟਰੀ ਦੇ ਵਿੱਚ ਪਾਰਟੀਸਪੇਟ ਕਰਾਓ, ਤੇ ਕੋਈ ਬੜੀ ਖਾਸ ਫੀਸ ਵੀ ਨਹੀਂ ਹੁੰਦੀ ਸੀਗੀ, ਕੁਝ ਵੀ ਨਹੀਂ। ਤੇ ਉਹ ਫਿਰ ਜਿਹਦਾ ਦਾ ਲੱਗ ਗਿਆ। ਸੋ ਐਡੀ ਵੋਲੀਅਮ 'ਚ ਕਰਦੇ ਸੀਗੇ। ਕਈ ਸਾਲ ਪਹਿਲਾਂ ਹੀ ਜਿੱਦਾਂ ਐਡਵਾਂਸ ਦੇ ਵਿੱਚ ਹੀ ਹਜ਼ਾਰਾਂ ਦੇ ਵਿੱਚ ਆਪਣੇ ਵਰਕਰ ਜਿੱਦਾਂ ਫਾਈਲ ਕਰੀ ਜਾ ਰਹੇ ਸੀਗੇ। ਉਹਦੇ ਨਾਲ ਕੀ ਜਿਹੜੀ ਤਕਰੀਬਨ ਲੋਟਰੀ ਆ ਉਹ ਜਿਹੜੇ ਇੰਜੀਨੀਅਰ ਵਗੈਰਾ ਹੁੰਦੇ ਸੀਗੇ ਉਹਨਾਂ ਤੇ ਯੂਜ਼ ਜਿਹੜੀ ਹੋ ਜਾਂਦੀ ਸੀਗੀ। ਤੇ ਕਈ ਲੋਕਾਂ ਨੇ ਜਿਹੜਾ ਆਉਣਾ ਵੀ ਨਹੀਂ ਹੁੰਦਾ ਸੀਗਾ ਉਰੇ, ਉਹ ਮਤਲਬ ਕੋਈ ਉਹਨਾਂ ਦਾ ਪਲਾਨ ਨਹੀਂ ਸੀਗਾ। ਉਹ ਕਹਿੰਦੀ ਸੀ ਦੇਖਦੇ ਹਾਂ ਦਾ ਲਾ ਕੇ, ਤੇ 4 ਸਾਲ 5 ਸਾਲਾਂ ਦੇ ਵਿੱਚ ਫਿਰ ਉਹ ਏਦਾਂ ਵਰਕਫੋਰਸ ਇਕੱਠੀ ਕਰ ਲੈਂਦੀ ਸੀਗੀ। ਤੇ ਕੀ ਕਰਦੇ ਸੀਗੇ ਇਹ ਕਿ ਖੁਦ ਦਾ ਜਿੱਦਾਂ ਜ਼ਿਆਦਾਤਰ ਜਿਹੜੀਆਂ ਜਿਹੜਾ ਟੈਕ ਸੈਕਟਰ ਹੈਗਾ ਇੰਡੀਆ ਦੇ ਵਿੱਚ, ਜ਼ਿਆਦਾਤਰ ਉਹ US ਦੇ ਉੱਤੇ ਹੀ ਚੱਲਦਾ। ਜਿਹੜਾ ਮੇਨ ਕਰਤਾ ਤਾਂ ਅਸੀਂ ਆਏ UK ਤੁਸੀਂ ਲਗਾ ਲਓ। ਤੇ ਉੱਦਾਂ ਥੋੜਾ ਤੁਹਾਨੂੰ ਪਤਾ ਹੀ ਹੈ, ਰੌਲਾ ਰੱਪਾ ਜ਼ਿਆਦਾ ਹੁੰਦਾ, ਇੰਡੀਆ ਰਾਈਜ਼ਿੰਗ ਫਲਾਣਾ ਢਮਕਾਣਾ, ਤੇ ਪਤਾ ਸਾਰਿਆਂ ਨੂੰ ਹੀ ਹੈ। ਤੇ ਕੀ ਉਹਦੇ ਵਿੱਚ ਸੀਗਾ ਕਿ ਇੱਕ ਤਾਂ ਇਹ ਜਿਹੜੀ ਕੰਪਨੀਆਂ ਸੀਗੀਆਂ ਇਹਨਾਂ ਕੋਲ ਪ੍ਰੋਜੈਕਟ ਨਹੀਂ ਸੀਗੇ। ਸੋ ਇਹ ਪ੍ਰੋਜੈਕਟ ਫੜਦੇ ਸੀਗੇ, ਕਦੀ ਫੇਸਬੁੱਕ ਦਾ ਫੜ ਲਿਆ, ਗੂਗਲ ਦਾ ਫੜ ਲਿਆ, ਐਪਲ ਦਾ ਫੜ ਲਿਆ, ਹਨਾ। ਚਲੋ ਜਿੱਦਾਂ ਵੀ ਤੁਸੀਂ ਹੱਸ ਰਹੇ, ਪਰ ਗੱਲ ਮੈਂ ਸਹੀ ਕਹਿ ਰਿਹਾ ਮੈਨੂੰ, ਕਿਉਂਕਿ ਮੈਂ ਕਾਫੀ ਸਾਰਾ ਇਹਨਾਂ ਦਾ ਕੰਮ ਜਿਹੜਾ ਕੀਤਾ। ਕਈ ਵਾਰੀ ਇੰਜੀਨੀਅਰ ਸਾਹਿਬ ਸੈਲਮ ਵਾਲੇ ਦਾ ਤਵਾ ਲਾ ਦਿੰਦੇ। ਮੈਂ ਕਿਹਾ ਚੱਲ ਅੱਜ ਇਹਨਾਂ ਦਾ ਵੀ ਥੋੜਾ ਜਿਹਾ ਲਾਈਏ ਕਿ ਕੀ ਹਿਸਾਬ ਕਿਤਾਬ ਇਹਨਾਂ ਦਾ ਵੀ ਦੱਸੀਏ ਥੋੜਾ ਜਿਹਾ ਲੋਕਾਂ ਨੂੰ ਕਿੱਦਾਂ ਚੱਲਦਾ। ਤੇ ਉਹ ਕੀ ਕਰਦੇ ਸੀਗੇ ਜੀ, ਇਹ ਇਹਨਾਂ ਨੂੰ ਜਿਹੜਾ ਕੰਪਨੀਆਂ ਦੇ ਨਾਲ ਨਾ ਕੰਟਰੈਕਟ ਕਰਦੇ ਹੁੰਦੇ, ਇਹ ਬਾਡੀ ਸ਼ਾਪ ਕਹਿੰਦੇ ਇਹਨਾਂ ਨੂੰ, ਇੰਡੀਅਨ ਜਿਹੜੀਆਂ ਕੰਸਲਟਿੰਗ ਕੰਪਨੀਆਂ ਹੁੰਦੀਆਂ, ਇਹ ਲੋਕਾਂ ਨੂੰ ਉੱਥੇ ਭਰਤੀ ਕਰਦੇ ਹੁੰਦੇ ਕਦੀ। ਤੇ ਕਲਾਇੰਟਾਂ ਨੇ ਜਿਹੜੇ ਕਲਾਇੰਟ ਹੋ ਗਏ ਅਲਟੀਮੇਟਲੀ, ਹਨਾ, ਜਿੱਦਾਂ ਵੱਡੀਆਂ ਕੰਪਨੀਆਂ ਹੋ ਗਈਆਂ, ਗੂਗਲ, ਫੇਸਬੁੱਕ, ਐਪਲ, ਸਿਸਕੋ, ਜਿਹੜੀਆਂ ਵੀ ਤੁਸੀਂ ਲਾ ਲਓ, ਉਹ ਕੀ ਕਰਦੀਆਂ ਸੀਗੀਆਂ, ਉਹ ਜਿੱਦਾਂ ਉਹਨਾਂ ਨੇ ਇੱਕ ਉੱਕਾ ਮੁੱਕਾ ਜਿਹਾ ਕੰਟਰੈਕਟ ਇਹਨਾਂ ਨਾਲ ਕੀਤਾ ਹੁੰਦਾ ਸੀਗਾ ਕਿ ਇੰਨੇ ਪੈਸੇ ਇੰਜੀਨੀਅਰ ਦੇ ਆਹ ਦੇਣੇ ਆ, ਤੇ ਓਬਵੀਅਸਲੀ ਬੰਦਾ ਕੱਟ ਕੁੱਟ ਰੱਖ ਕੇ ਜਿਹੜਾ ਬਚਦਾ ਸੀਗਾ ਉਹ ਇੰਜੀਨੀਅਰ ਨੂੰ ਦੇ ਦਿੰਦਾ ਸੀਗਾ। 60-40 50-50 ਜਦੋਂ ਅਸੀਂ ਵੀ ਪੜ੍ਹਦੇ ਸੀਗੇ ਸਿਲੀਕਨ ਵੈਲੀ ਦੇ ਵਿੱਚ, ਤਾਂ ਇਹ ਗੱਲਾਂ ਆਮ ਸੁਣਨ ਨੂੰ ਮਿਲਦੀਆਂ ਸੀਗੀਆਂ ਵੀ ਉਹ ਕੰਸਲਟੈਂਟ ਨੇ ਇੰਨੇ ਰੱਖਣੇ ਆ, ਤਨਖਾਹ ਉਹਨੇ ਇੰਨੀ ਲੈਣੀ ਹੈ, ਇਹ ਬੰਦੇ ਦੀ ਤੇ ਰੱਖਣੀ ਉਹਨੇ ਇਹਦੇ ਵਿੱਚ ਇੰਨੇ। ਉਹਦੇ ਵਿੱਚ ਮੇਰੇ ਖਿਆਲ ਕੰਪੀਟੈਂਸ ਦਾ ਵੀ ਕੋਈ ਨਹੀਂ ਸੀਗਾ। ਜਿਹੜਾ ਬੰਦਾ, ਆਪਾਂ ਵੀ ਕਈ ਦੇਖੇ ਆ ਪੜੇ ਮਾਸਟਰਸ ਡਿਗਰੀ ਵਾਲੇ, ਜੌਬ ਜੋ ਮਿਲਦੀ ਕੋਈ ਨਹੀਂ ਸੀਗੀ, ਕਿਉਂਕਿ ਤੁਸੀਂ ਸਿੱਧੇ ਰਾਹ ਤੇ ਜਿਹੜਾ ਚੱਲਣਾ, ਤੇ ਜਿਹੜੇ ਇਹ ਪੁੱਠੇ ਕੰਮ ਜਿਹੜੇ ਕਰਨੇ ਆ, ਨਕਲੀ ਡਿਗਰੀਆਂ, ਨਕਲੀ ਐਕਸਪੀਰੀਅੰਸ, ਪਿੱਛੋਂ ਕਾਲ ਸੈਂਟਰ ਟਾਈਪ ਸਪੋਰਟ, ਇਹ ਬੰਦੇ ਨੂੰ ਜਿਹੜਾ ਚੱਕ ਦਿੰਦੇ ਸੀਗੇ ਕਿ ਇਹਨੂੰ 5 ਸਾਲ ਦਾ ਐਕਸਪੀਰੀਅੰਸ, 10 ਸਾਲ ਦਾ ਐਕਸਪੀਰੀਅੰਸ। ਉਹ 50% ਦਾ ਫਾਇਰ ਜਿਹੜੇ ਹੁੰਦੇ ਸੀਗੇ, ਜਿਹੜੇ ਥੋੜੇ ਟਿਕਟੁਕ ਜਾਂਦੇ ਸੀਗੇ, ਉਹ ਵੈਸੇ ਹੀ ਧੱਕੇ ਨੇ। ਕਈ ਮਤਲਬ ਡਿਵੈਲਪਰ ਕੋਡਰ ਜਿਹੜੇ ਬਣੇ ਹੋਏ ਸੀਗੇ, ਤਾਂ ਮੈਂ ਕਈਆਂ ਨੂੰ ਗੱਲ ਕਰਕੇ ਮੈਂ ਕਿਹਾ ਯਾਰ ਤੈਨੂੰ ਕੰਪਿਊਟਰ ਨਹੀਂ ਬੇਸਿਕਲੀ ਆਨ ਕਰਨਾ ਆਉਂਦਾ, ਤੈਨੂੰ ਇੰਜੀਨੀਅਰ ਬਣਾਤਾ ਉਹਨਾਂ ਨੇ। ਉਹ ਵਾਲਾ ਹਿਸਾਬ ਜਿਹੜਾ ਸੀਗਾ। ਤੇ
ਉਹ ਹੁਣ ਟੈਕਨੋਲੋਜੀ ਚੇਂਜ ਹੋ ਗਈ, ਕਦੀ .NET ਵਾਲੇ ਆ ਗਏ, ਕਦੀ ਉਹਨਾਂ ਦੀ ਸ਼ਾਂਤੀ ਲੱਗ ਗਈ, ਮਤਲਬ ਇੰਡਸਟਰੀ ਜਿਹੜੀ ਚੇਂਜ ਹੋ ਗਈ ਹੁਣ, ਮਤਲਬ ਫਾਸਟ ਫਾਰਵਰਡ AI ਆ ਗਿਆ ਹੁਣ, ਉਹਨਾਂ ਨੇ 15 ਤੋਂ 20% ਜਿਹੜਾ ਸੀਗਾ ਸਿਲੀਕਨ ਵੈਲੀ ਚ ਆਲਰੇਡੀ ਲੇ ਆਫ ਆ। ਉਹ ਬੇਸਿਕਲੀ ਕਹਿ ਰਹੇ ਆ ਕਿ ਵੋਲਿਊਮ ਵਾਲੇ ਬੰਦਿਆਂ ਦੀ ਜਿਹੜੀ ਸੀ ਉਹ ਹੁਣ ਲੋਡ ਹੈ ਨਹੀਂ ਗੀ, ਕਿਉਂਕਿ ਹੈ ਨਹੀਂ। ਟੈਕਨੋਲੋਜੀਜ਼ ਹੀ ਜਿਹੜੀਆਂ ਸੈਲਫ ਕੋਡਿੰਗ ਜਿਹੜੀਆਂ ਕਰ ਲੈਂਦੀਆਂ। ਤੇ ਉਹਦੇ ਵਿੱਚ ਹੁਣ ਜਿਹੜਾ ਇਹ ਸੀਗਾ ਬਬਲ ਬੜੀ ਦੇਰ ਤੋਂ ਸੀਗਾ, ਇਹਦਾ ਵੀ ਕਹਿ ਲਓ ਕਿ ਬਸਟ ਕਰਨ ਦਾ ਟਾਈਮ ਆ ਗਿਆ ਸੀਗਾ। ਮਤਲਬ ਰੈਗੂਲੇਟਰਸ ਜਿਹੜੇ ਸੀਗੇ ਉਹ ਥੋੜੇ ਜਿਹੇ ਬਲਾਈਂਡ ਆਈ ਦੇ ਦਿੰਦੇ ਸੀਗੇ, ਇੰਨਾ ਕੋਈ ਪ੍ਰੋਗਰਾਮ ਨੂੰ ਇਨਵੈਸਟੀਗੇਟ ਨਹੀਂ ਕਰਦੇ ਸੀਗੇ। ਪਰ ਟਰੰਪ ਸਰਕਾਰ ਜਿਹੜੀ ਆਈ, ਇਹਨਾਂ ਨੇ ਉਹ ਕੰਮ ਜਿਹੜਾ ਚੱਕਤਾ। ਕਹਿੰਦੇ ਇੱਕ ਤਾਂ $1 ਲੱਖ ਪਹਿਲਾਂ ਫੀਸ ਦਿਓ ਜੇ ਤੁਹਾਨੂੰ ਚਾਹੀਦਾ। ਹੁਣ ਉੱਥੇ ਪਹਿਲੀ ਗੱਲ ਤਾਂ ਇਹਨਾਂ ਨੇ ਕਰਨਾ ਨਹੀਂ ਹੁਣ ਜਿਹੜੇ ਹਿਸਾਬ ਨਾਲ, ਮਤਲਬ ਉੱਥੇ ਤੁਸੀਂ ਦੇਖ ਲਓ ਕਿ ਜਿਹੜੀ ਫਾਲਤੂ ਦੀ ਲੋਟਰੀ ਦੇ ਵਿੱਚ ਜਿਹੜੀ ਪਾਰਟਿਸਿਪੇਸ਼ਨ ਸੀ ਉਹ ਚੱਲ ਜਾਣੀ ਹੈ। ਦੂਸਰੀ ਇਹਨਾਂ ਨੇ ਚੀਜ਼ ਕਹਿਤੀ ਕਿ ਲੋਟਰੀ ਦਾ ਜਿਹੜਾ ਇਹਨਾਂ ਨੇ ਪ੍ਰੋਸੈਸ ਇਹਨਾਂ ਨੇ ਚੇਂਜ ਕਰਤਾ। ਕਿੱਦਾਂ ਚੇਂਜ ਕੀਤਾ, ਠੀਕ ਹੈ, ਜੇ ਕੋਈ ਸੁਣ ਰਿਹਾ, ਕਈਆਂ ਨੂੰ ਇਹ ਮੈਟਰ ਨਹੀਂ ਕਰਦਾ ਆਪਣੇ ਸ਼ੋਅ ਤੇ ਵਾਲਾ ਟੌਪਿਕ, ਪਰ ਜੇ ਨਹੀਂ ਆਪਣੇ ਇੰਜੀਨੀਅਰ ਵੀ ਆਪਾਂ ਨੂੰ ਮਿਲਦੇ ਰਹਿੰਦੇ, ਸੁਣਦੇ ਆ। ਮੈਂ ਇੱਕ ਚੀਜ਼ ਨਾਲ ਹੀ ਕਹਿ ਦਵਾਂ, ਅਸੀਂ ਸਾਰੇ ਇੰਜੀਨੀਅਰਸ ਨੂੰ ਨਹੀਂ ਕਹਿੰਦੇ, ਅਸੀਂ ਉਹਨਾਂ ਇਨਕੰਪੀਟੈਂਟ ਦੀ ਗੱਲ ਕਰਦੇ ਹਾਂ ਜਿਨ੍ਹਾਂ ਨੇ ਇਸ ਤਰੀਕੇ ਦੇ ਨਾਲ ਝੂਠ ਦਾ ਸਹਾਰਾ ਲੈ ਕੇ ਇਹ ਕੰਮ ਕੀਤਾ। ਜਿਹੜੇ ਸਹੀ ਪੜ੍ਹ ਕੇ ਆਏ ਆ, ਵੈਲ ਐਂਡ ਗੁੱਡ ਆ ਜੀ। ਹਾਂਜੀ, ਉਹਨਾਂ ਜਿਹੜੇ ਵਧੀਆ ਵਾਲੇ ਉਹ ਤਾਂ ਉਹਨਾਂ ਨੇ ਖੁਸ਼ ਹੀ ਹੋਣੇ ਖਬਰ ਸੁਣ ਕੇ। ਉਹ ਤਾਂ ਚਾਹੁੰਦੇ ਸੀਗੇ ਕਿ ਇਹ ਰਿਫਾਰਮ ਆਵੇ। ਜਿਹੜੇ ਸਟੂਡੈਂਟ ਇੱਥੋਂ ਦੀ ਪੜ੍ਹੇ ਆ, ਮਾਸਟਰਸ ਡਿਗਰੀ ਵਗੈਰਾ ਕੀਤੀ ਆ, ਉਹਨਾਂ ਨੂੰ ਕਹੇ ਕੋਈ ਫਾਇਦਾ ਨਹੀਂ, ਕਿਉਂਕਿ ਉਹ ਐਡੀ ਮਹਿੰਗੀ ਕੰਟਰੀ 'ਚ ਰਹਿ ਰਹੇ ਆ। ਜਦੋਂ ਉਹਨਾਂ ਦਾ ਵੀਜ਼ਾ ਨਹੀਂ ਲੱਗਦਾ, ਉਹਨਾਂ ਨੂੰ ਦੁਬਾਰਾ ਸਟੂਡੈਂਟ ਬਣਨਾ ਪੈਂਦਾ। ਉਹਨਾਂ ਦੇ ਹਜ਼ਾਰਾਂ ਲੱਖਾਂ ਡਾਲਰ ਜਿਹੜੇ ਫੇਰ ਚੱਲ ਜਾਂਦੇ ਆ। ਜਿਹੜਾ ਬੰਦਾ ਹੁਣ ਇੰਡੀਆ 'ਚ ਬੈਠਾ ਬੋਡੀ ਜੌਬ, ਉਹਨੂੰ ਕੋਈ ਵਿਹਲਾ ਬੈਠਾ ਉੱਥੇ ਕਰੀ ਜਾ ਰਿਹਾ, ਕੰਪਨੀਆਂ 'ਚੋਂ ਟਰਾਈ ਵਾਰ-ਵਾਰ ਕਰੀ ਜਾ ਰਹੇ ਆ ਹਜ਼ਾਰਾਂ ਦੀ ਦਾਜ। ਉਹ ਸੀਗਾ ਕਿ ਉਹ ਜਿਹੜੇ ਉਰੇ ਉਹਦੀ ਗ੍ਰੈਜੂਏਟ ਹੁੰਦੇ ਆ ਮਾਸਟਰ ਵਾਲੇ, ਉਹਨਾਂ ਦਾ ਸ਼ੇਅਰ ਜਿਹੜਾ ਸੀਗਾ ਉਹ ਇੱਕ ਤਰ੍ਹਾਂ ਲੈ ਲੈਂਦੇ ਆ। ਉਹਨਾਂ ਦੇ ਲਈ ਕੰਪੀਟੀਸ਼ਨ ਜਿਹੜਾ ਵੱਧ ਜਾਂਦਾ। ਸੋ ਹੁਣ ਇਹਨਾਂ ਨੇ ਕੀ ਕੀਤਾ ਕਿ ਕੋਈ ਵੀ ਜਿੱਦਾਂ ਪ੍ਰੋਫੈਸ਼ਨ ਦੇ ਲਈ ਆਪਾਂ H1B ਫਾਈਲ ਕਰਦੇ ਹਾਂ, ਉਹ 'ਚ 4 ਵੇਜ ਲੈਵਲ ਹੁੰਦੇ ਆ, ਲੈਵਲ 1 ਤੋਂ ਲੈ ਕੇ ਲੈਵਲ 4 ਤੱਕ। ਮੰਨ ਲਓ ਆਪਾਂ ਲਾਇਰ ਦਾ ਵੀ ਫਾਈਲ ਕਰਨਾ, ਠੀਕ ਹੈ, ਜਾਂ ਇੰਜੀਨੀਅਰ ਦਾ ਫਾਈਲ ਕਰਨਾ, ਲੈਵਲ 1 ਦੀ ਸੈਲਰੀ ਹੈ, 2 ਦੀ ਸੈਲਰੀ ਹੈ, 3 ਦੀ ਹੈ, 4 ਦੀ ਹੈ। ਸੋ ਟਰੰਪ ਸਰਕਾਰ ਕੀ ਕਹਿੰਦੀ ਹੈ ਕਿ ਜਿਹੜੀ ਵੀ ਕੈਟੇਗਰੀ 'ਚ ਹੁਣ ਤੁਸੀਂ ਮਾਰਕੀਟਿੰਗ ਵਾਲੇ ਬੰਦੇ ਨੂੰ ਜੇ ਲੈਵਲ 4 ਤਨਖਾਹ ਆਫਰ ਕਰ ਰਹੇ ਆ H1B ਦੇ ਵਿੱਚ, ਉਹਦੇ ਲੋਟਰੀ 'ਚ 4 ਚਾਂਸ ਆ। ਜੇ ਤੁਸੀਂ ਉਹਨੂੰ ਲੈਵਲ 1 ਵਾਲੀ ਸੈਲਰੀ ਆਫਰ ਕਰ ਰਹੇ ਹੋ, ਉਹਦਾ 1 ਚਾਂਸ ਹੀ ਹੈ। ਮਤਲਬ ਕਿ ਹੁਣ ਜਿਹਨੂੰ ਲੈਵਲ 2 ਵਾਲੀ ਉਹਦੇ 2 ਚਾਂਸ ਆ। ਸੋ ਇਹਦਾ ਹੁਣ ਫਰਕ ਕੀ ਪਊਗਾ ਕਿ ਜਿਹੜੇ ਇੰਪਲੋਇਰ ਜ਼ਿਆਦਾ ਸੈਲਰੀ ਆਫਰ ਕਰ ਰਹੇ ਸੀਗੇ ਸੇਮ ਕੈਟੇਗਰੀ 'ਚ, ਠੀਕ ਹੈ, ਐਗਜ਼ਾਮਪਲ ਭਾਵੇਂ ਇੱਕ ਬੰਦਾ ਜਰਨਲਿਸਟ ਹੈ, ਇੱਕ ਬੰਦਾ ਲਾਇਰ ਹੈ, ਇੱਕ ਬੰਦਾ ਇੰਜੀਨੀਅਰ ਹੈ, ਠੀਕ ਹੈ, ਇੱਕ ਬੰਦਾ ਡਾਕਟਰ, ਉਹ ਲੋਟਰੀ 'ਚ ਸਾਰੇ ਪਾਰਟਿਸਿਪੇਟ ਕਰ ਸਕਦੇ ਆ। 1 ਚਾਂਸ ਸਾਰਿਆਂ ਦਾ ਹੈਗਾ। ਪਰ ਜਿਹੜਾ ਬੰਦਾ ਲੈਵਲ 4 ਹਾਇਰ ਸੈਲਰੀ ਕਰ ਰਿਹਾ, ਉਹਦੇ 4 ਚਾਂਸ, ਉਹਦੇ ਮਲਟੀਪਲਾਇਰ ਬਾਈ 4 ਹੈਗਾ, ਵੇਟਡ ਹੋ ਗਈ ਉਹਦੀ। ਵੇਟਡ ਹੋ ਗਈ ਉਹਦੀ। ਤੇ ਇਹਦੇ ਨਾਲ ਹੁਣ ਕੀ ਸੀ, ਤੇ ਨਾਲ ਜਿਹੜੀ ਸੀਗੀ $1 ਲੱਖ ਵਾਲੀ ਫੀਸ ਦਾ ਵੀ ਜਿਹੜਾ ਸਿਸਟਮ ਇਹਨਾਂ ਨੇ ਪੈਰਲਲ ਕੀਤਾ ਹੋਇਆ। ਸੋ ਇਹਦੇ ਨਾਲ ਹੁਣ ਕੀ ਹੋਊਗਾ ਕਿ ਲਿਟਰਲੀ ਜਿਹੜਾ ਉਹੀ ਬੰਦਾ ਆਊਗਾ ਜਿਹਦੀ ਵਾਕਈ ਕੰਪਨੀ ਨੂੰ ਬਹੁਤ ਜ਼ਿਆਦਾ ਜ਼ਰੂਰਤ ਆ, ਕੰਪਨੀ ਉਹ ਲੈਵਲ ਦੇ ਪੈਸੇ ਉੱਤੇ ਖਰਚ ਸਕਦੀ ਹੈ। ਤੇ ਬਾਕੀ ਕਿਉਂਕਿ ਪਾਰਟਿਸਿਪੇਟ ਹਰ ਕੋਈ ਕਰ ਸਕਦਾ, ਤੇ 1 ਚਾਂਸ ਸਾਰਿਆਂ ਦਾ ਹੈਗਾ ਹੀ ਆ। ਮਤਲਬ ਕੋਈ ਏਦਾਂ ਨਹੀਂ ਕਿ ਕਿਸੇ ਨੂੰ ਐਕਸਕਲੂਡ ਕਰਤਾ। ਪਰ ਹੁਣ ਇਹਦੇ ਨਾਲ ਕੀ ਹੋਊਗਾ ਕਿ ਜਿਹੜੇ ਉਹ ਫਾਲਤੂ ਵਾਲੇ ਜਿਹਨਾਂ ਦੇ ਰੈਜ਼ੂਮੇ ਵਗੈਰਾ ਝੂਠ ਬੋਲਦੇ ਸੀਗੇ, ਬੋਡੀ ਸ਼ਾਪਸ ਵਗੈਰਾ, ਉਹ ਵਾਲੀ ਜਿਹੜੀ ਸੀਗੀ, ਉਹ ਵਾਲਾ ਸੈਕਟਰ ਜਿਹੜਾ ਖਤਮ ਹੋ ਜਾਊਗਾ। ਉਹਨਾਂ ਨੂੰ ਇਹ ਪਹਿਲਾਂ ਹੀ ਬਹੁਤ ਇਨਵੈਸਟੀਗੇਸ਼ਨ ਕਰਦੇ ਸੀਗੇ। ਜਿਹੜੇ ਵੀ ਹੁਣ ਜਿੱਦਾਂ H1B ਵਗੈਰਾ ਦਾ ਜਦੋਂ ਕੰਮ ਆਪਾਂ ਕਰੀਦਾ ਸੀਗਾ, ਉਹਦੇ ਵਿੱਚ ਉਹ ਕਹਿੰਦੇ ਕਿ ਸਾਨੂੰ ਕੰਟਰੈਕਟ ਦਿਖਾਓ ਉਹਨਾਂ ਦੇ ਨਾਲ, ਐਂਡ ਟੂ ਐਂਡ ਜਿਹੜੀਆਂ ਕੰਪਨੀਆਂ ਹੈਗੀਆਂ, ਤੇ ਤੁਹਾਡੇ ਜਿੱਦਾਂ ਕੰਪਨੀਆਂ ਦੇ ਐਗਰੀਮੈਂਟ ਹੋਣੇ ਚਾਹੀਦੇ ਆ ਕਿ ਸਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੀ ਕੰਪਨੀ ਜੌਬ ਦੇ ਰਹੀ ਆ, ਕਿੱਥੇ ਜੌਬ ਦੇ ਰਹੀ ਆ, ਕੀ ਸੈਲਰੀ ਆ, ਪੋਜੀਸ਼ਨ ਕੀ ਆ। ਹੁਣ ਚੱਕਰ ਇਹੀ ਸਾਰਾ ਹੁੰਦਾ ਸੀਗਾ ਕਿ ਕੰਟਰੈਕਟ ਇਹਨਾਂ ਦੇ ਛੋਟੀ ਕੰਪਨੀਆਂ ਦੇ ਹੁੰਦੇ ਨਹੀਂ ਸੀ। ਕਈ ਵਾਰੀ ਇਹਨਾਂ ਦੇ ਵਿੱਚ ਹੋਰ ਬੜੇ ਮਿਡਲਮੈਨ ਜਿਹੜੇ ਆ ਜਾਂਦੇ ਸੀਗੇ, ਲੇਅਰਸ ਆ ਜਾਂਦੀਆਂ ਸੀਗੀਆਂ, ਵੈਂਡਰ ਆ ਜਾਂਦੇ ਸੀਗੇ ਇਹਨਾਂ ਦੇ ਵਿੱਚ। ਉਹਦੇ ਕਰਕੇ ਕੀ ਹੁੰਦਾ ਸੀਗਾ ਕਿ ਇਹਨਾਂ ਕੋਲ ਕਈ ਵਾਰੀ ਕੰਟਰੈਕਟ ਵੀ ਨਹੀਂ ਹੁੰਦਾ ਸੀਗਾ, ਇਹ H1B ਫਾਈਲ ਕਰ ਦਿੰਦੇ ਸੀ ਕਿ ਪਹਿਲਾਂ ਬੰਦੇ ਨੂੰ ਮੰਗਾ ਲਈਏ, ਫਿਰ ਮਾਰਕੀਟਿੰਗ ਕਰ ਦਾਂਗੇ, ਫਿਰ ਜੌਬ ਲੈ ਲਾਂਗੇ, ਫਿਰ ਚੇਂਜ ਕਰ ਦਾਂਗੇ ਉਹਦੀ। ਸੋ ਇਮੀਗ੍ਰੇਸ਼ਨ ਨੇ ਕਾਫੀ ਜਿਹੜੀ ਇਨਵੈਸਟੀਗੇਸ਼ਨ ਕੀਤੀਆਂ, ਉਹ ਕਹਿੰਦੇ ਇਹ ਕੰਡਕਟ ਜਿਹੜਾ ਹੈਗਾ ਇਲੀਗਲ ਹੈਗਾ। ਉਹ ਕਾਫੀ ਬੰਦੇ ਉਹਨਾਂ ਨੇ ਜੇਲ੍ਹ ਵੀ ਜਿਹੜੇ ਭੇਜੇ ਆ, ਕ੍ਰਿਮੀਨਲੀ ਵੀ ਚਾਰਜ ਕੀਤੇ ਕਿ ਤੁਸੀਂ ਇਦਾਂ H1B ਫਾਈਲ ਨਹੀਂ ਕਰ ਸਕਦੇ, ਤੁਹਾਡੇ ਕੋਲ ਕਿੰਨੀਆਂ ਯੂਨੀਵਰਸਿਟੀਆਂ ਵੀ ਬੰਦ ਕੀਤੀਆਂ ਇਹਨਾਂ ਨੇ, ਕਿੰਨੀਆਂ ਫੜ ਹੁੰਦੀਆਂ ਰਹੀਆਂ। ਹਾਂਜੀ, ਤੇ 에ਅਰਪੋਰਟਾਂ ਤੋਂ ਹੁਣ ਜਿਹੜੇ ਬੰਦੇ ਕਈ ਵਾਰੀ ਦੇਖ ਰਹੇ ਆ ਕਿ ਉਹ ਰੈਜ਼ੂਮੇ 'ਚ ਝੂਠ ਬੋਲਿਆ ਹੁੰਦਾ ਲਿੰਕਡਇਨ ਵਗੈਰਾ 'ਚ, ਤੇ ਉਹ ਇਮੀਗ੍ਰੇਸ਼ਨ ਨੂੰ ਵੀ ਪਤਾ, ਹੁਣ ਉਹ ਸਪੈਸੀਫਿਕਲੀ ਇਹੀ ਚੀਜ਼ ਨੂੰ ਟਾਰਗੇਟ ਕਰ ਰਹੇ ਆ। ਉਹਨਾਂ ਦੀ ਜੌਬ ਐਪਲੀਕੇਸ਼ਨ ਵਗੈਰਾ, ਰੈਜ਼ੂਮੇ ਵਗੈਰਾ ਖਿਲਾ ਕੇ ਕਿ ਤੁਸੀਂ ਦੱਸੋ ਕਿ ਕੀ ਲਿਖਿਆ ਉਹਦੇ ਵਿੱਚ। ਤੇ ਲੋਕਾਂ ਦਾ ਜਿਹੜਾ ਰੈਜ਼ੂਮੇ ਦੇ ਵਿੱਚ ਝੂਠ ਲਿਖਿਆ ਹੁੰਦਾ ਕਿ ਉਹ ਬੰਦਾ ਕਹਿੰਦਾ 5 ਸਾਲ ਮੈਂ ਕੰਮ ਕੀਤਾ, ਉਹ ਕਹਿੰਦਾ ਤੂੰ ਤਾਂ ਸਟੂਡੈਂਟ ਸੀਗਾ ਨਾ। ਸੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਆ ਰਹੀਆਂ। ਸੋ ਕਾਫੀ ਜਿਹੜਾ ਇਹਨਾਂ ਨੇ ਸਖਤੀ ਕਰਤੀ, ਤੇ ਕਲੀਨ ਅਪ ਇਸ ਦੇ ਨਾਲ ਹੋ ਜਾਊਗਾ। ਜਿੱਦਾਂ ਤੁਸੀਂ ਕਿਹਾ ਵੀ ਜਿਹੜਾ ਇੱਕ ਡਿਜ਼ਰਵਿੰਗ ਸਟੂਡੈਂਟ ਜਾਂ ਡਿਜ਼ਰਵਿੰਗ ਇੰਪਲੋਈ ਹੈਗਾ, ਜਿਹੜਾ ਚਾਹੁੰਦਾ ਵੀ ਜਿਹਨੇ ਵਾਕਿਆ ਮਿਹਨਤ ਕਰਕੇ ਕੀਤਾ,
ਉਹਦੇ ਲਈ ਇੱਕ ਹਿਸਾਬ ਦੇ ਨਾਲ ਮੈਦਾਨ ਖਾਲੀ ਹੋਊਗਾ, ਉਹਦੇ ਲਈ ਬੈਲੈਂਸ ਜਿਹਾ ਜਿਹੜਾ ਉਹ ਬਣ ਜਾਊਗਾ।